Good morning, students. Today I explain first poem from Sahityik Kirna. Our first poem is फरीदा जे तू अकल लतीफ। ये बाबा फरीद सिंह जी की लिखी हुई है। फर्स्ट ऑफ ऑल वी नो अबाउट बाबा फरीद जी। हु इज़ बाबा फरीद जी? बाबा शेख फरीद जी सूफी कावतारा ਦੇ ਮੋਢੀ ਸਨ। ਉਹ ਹਮੇਸ਼ਾ ਧਾਰਮਿਕ ਕਵਿਤਾਵਾਂ ਹੀ ਲਿਖਦੇ ਸਨ। ਸੂਫ 'ਤੇ ਆਧਾਰਿਤ ਹੁੰਦੀਆਂ ਸਨ, ਜਿਨ੍ਹਾਂ ਵਿੱਚ ਪ੍ਰਭੂ ਦਾ ਵਿਛੋੜਾ, ਪ੍ਰਭੂ ਦੇ ਮਿਲਣ ਦੀ ਤਾਂਘ, ਇਸ ਤਰ੍ਹਾਂ ਦੀਆਂ ਪੋਇਮਾਂ ਉਹ ਲਿਖਦੇ ਸਨ। ਆਪ ਦਾ ਜਨਮ 1173 ਈਸਵੀ ਨੂੰ ਪਿੰਡ ਕੋਤਵਾਲ ਜ਼ਿਲ੍ਹਾ ਮੁਲਤਾਨ ਵਿੱਚ ਹੋਇਆ। ਆਪ ਜੀ ਦੀ ਮਾਤਾ ਮਰੀਅਮ ਬਹੁਤ ਨੇਕ ਤੇ ਧਾਰਮਿਕ ਵਿਚਾਰਾਂ ਦੀ ਧਾਰਨੀ ਸੀ। ਉਹਨਾਂ ਨੇ ਅੱਲਾ ਦੀ ਬੰਦਗੀ, ਅੱਲਾ ਜਾਨੀ ਭਗਵਾਨ, ਜੋ ਮੁਸਲਮਾਨ ਲੋਕ ਹੈ ਉਹ ਈਸ਼ਵਰ ਨੂੰ ਅੱਲਾ ਕਹਿੰਦੇ ਹਨ, ਦੀ ਬੰਦਗੀ ਲਗਨ ਆਪ ਨੂੰ ਬਚਪਨ ਵਿੱਚ ਹੀ ਲਗਾ ਦਿੱਤੀ ਸੀ। ਆਪ ਸ਼ਰਾਹ ਦੇ ਬਹੁਤ ਪਾਬੰਦ ਸਨ। ਅਰਬੀ ਅਤੇ ਫਾਰਸੀ ਦੇ ਬਹੁਤ ਵੱਡੇ ਵਿਦਵਾਨ ਸੀ। ਤੁਸੀਂ ਆਪ ਬਹੁਤ ਹੀ ਸਾਊ ਯਾਨੀ ਕਿ ਬਹੁਤ ਹੀ ਚੰਗੇ ਸੁਭਾਅ ਦੇ ਮਾਲਿਕ ਸੀ। ਨਿਮਰਤਾ ਆਪ ਦੇ ਅੰਦਰ ਬਹੁਤ ਜ਼ਿਆਦਾ ਸੀ। ਆਪ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਜੀ ਦੇ ਮੁਰੀਦ ਯਾਨੀ ਚੇਲੇ ਸੀ, ਜਿਨ੍ਹਾਂ ਦੀ ਆਪ ਨੇ ਬਹੁਤ ਹੀ ਸੇਵਾ ਕੀਤੀ। ਆਪ ਦਾ ਸਾਰਾ ਜੀਵਨ ਪਰਮਾਤਮਾ ਦੀ ਭਜਨ ਬੰਦਗੀ ਵਿੱਚ ਲੱਗਿਆ। ਆਪ ਆਪਣੇ ਜੀਵਨ ਦੇ ਆਖਰੀ ਸਮੇਂ ਪਾਕ ਪਟਨ ਵਿੱਚ ਆਏ ਅਤੇ 93 ਸਾਲ ਦੀ ਉਮਰ ਵਿੱਚ 1266 ਈਸਵੀ ਨੂੰ ਆਪ ਆਪਣੇ ਸਰੀਰ ਨੂੰ ਤਿਆਗ ਗਏ। ਆਪ ਜੀ ਨੇ 112 ਸ਼ਲੋਕ ਅਤੇ 4 ਸ਼ਬਦਾਂ ਦੀ ਰਚਨਾ ਕੀਤੀ ਹੈ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਗਿਆ ਹੈ। ਨਾਓ ਲੈਟਸ ਸਟਾਰਟ ਪੋਇਮ ਫਰੀਦਾ ਜੇ ਤੂੰ ਅਕਲ ਲਤੀਫ। फरीदा जे तू अक्ल लतीफ़, काले लिखना लेख, अपने गिरवन में सिर नीवा कर दे। इस विच जो फरीद जी ਹਨ, ਉਹਨਾਂ ਨੇ ਮਨੁੱਖ ਨੂੰ ਹਮੇਸ਼ਾ ਇਹ ਉਪਦੇਸ਼ ਦਿੱਤਾ ਹੈ ਕਿ ਉਹ ਪ੍ਰਭੂ ਦੇ ਚਰਨਾਂ ਵਿੱਚ ਲੱਗਣ। ਅਤੇ ਇਸ ਸੂਫੀ ਕਵਿਤਾ ਵਿੱਚ ਉਹਨਾਂ ਨੇ ਮਨੁੱਖ ਨੂੰ ਇਹ ਉਪਦੇਸ਼ ਦਿੱਤਾ ਹੈ ਕਿ ਤੂੰ ਸੂਝਵਾਨ ਹੈ, ਅਕਲ ਲਤੀਫ, ਕਿ ਤੇਰੇ ਕੋਲ ਬਹੁਤ ਜ਼ਿਆਦਾ ਬੁੱਧੀ ਵਾਲਾ ਇਨਸਾਨ ਹੈ। ਇਸ ਦੁਨੀਆ ਵਿੱਚ ਈਸ਼ਵਰ ਨੇ ਇੱਕ ਮਨੁੱਖ ਹੀ ਹੈ ਜਿਸ ਨੂੰ ਬੁੱਧੀ ਦੇ ਕੇ ਭੇਜਿਆ ਹੈ। ਤੂੰ ਇੱਕ ਬਹੁਤ ਹੀ ਸੂਝਵਾਨ ਮਨੁੱਖ ਹੈ। ਜੇ ਤੂੰ ਸੱਚਮੁੱਚ ਹੀ ਬਰੀਕ ਬੁੱਧੀ ਵਾਲਾ ਯਾਨੀ ਕਿ ਸੂਖਮ ਬੁੱਧੀ ਵਾਲਾ ਮਾਲਿਕ ਹੈ, ਤਾਂ ਤੂੰ ਆਪਣੇ ਮਾੜੇ ਕੰਮਾਂ ਰਾਹੀਂ ਇਸ ਨੂੰ ਕਿਉਂ ਗੰਦਾ ਕਰ ਰਿਹਾ ਹੈ? ਤੂੰ ਆਪਣੇ ਕਰਮਾਂ ਨੂੰ ਕਿਉਂ ਗੰਦਾ ਕਰ ਰਿਹਾ ਹੈ? ਤੂੰ ਦੂਜਿਆਂ ਦੀ ਨਿੰਦਾ ਨਾ ਕਰ, ਆਪਣੇ ਹੰਕਾਰ ਵਿੱਚ ਆ ਕੇ ਦੂਸਰਿਆਂ ਦੀ ਨਿੰਦਾ ਨਾ ਕਰ, ਦੂਸਰਿਆਂ ਦੇ ਗੁਣ ਔਗੁਣ ਨਾ ਦੇਖ। ਤੂੰ ਜਦੋਂ ਦੂਸਰਿਆਂ ਦੇ ਗੁਣ ਔਗੁਣ ਦੇਖਦਾ ਹੈ, ਸਭ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰ ਕੇ ਦੇਖ ਕਿ ਤੂੰ ਕਿੰਨਾ ਕੁ ਗੁਣਵਾਨ ਹੈ। ਪਹਿਲੇ ਆਪਣੇ ਅੰਦਰੋਂ ਬੁਰਾਈਆਂ ਕੱਢ, ਆਪਣੀ ਕਮੀਆਂ ਦੀ ਪੜਤਾਲ ਕਰ ਅਤੇ ਫਿਰ ਦੇਖ ਦੂਸਰਿਆਂ ਦੇ ਗੁਣ ਔਗੁਣ ਦੇਖ। ਸੂਝਵਾਨ ਮਨੁੱਖ ਉਹੀ ਹੁੰਦਾ ਹੈ ਜੋ ਦੂਸਰਿਆਂ ਦੇ ਔਗੁਣਾਂ ਨੂੰ ਧਿਆਨ ਵਿੱਚ ਨਾ ਰੱਖੇ ਅਤੇ ਦੂਜਿਆਂ ਦੀ ਨਿੰਦਾ ਨਾ ਕਰੇ। ਦੇਖ ਫਰੀਦਾ ਜੇ ਤੀਆਂ ਦਾੜੀ ਹੋਈ ਭੂਰ, ਅੱਗੇ ਨੇੜਾ ਆਇਆ ਪਿੱਛਾ ਰਿਹਾ ਦੂਰ। ਫਿਰ ਫਰੀਦ ਜੀ ਕਹਿੰਦੇ ਹੈ, ਲੋਕਾਂ ਨੂੰ, ਦੁਨੀਆ ਨੂੰ ਜਾਂ ਮਨੁੱਖ ਨੂੰ ਸਮਝਾਉਂਦੇ ਕਹਿੰਦੇ ਹੈ ਕਿ ਜੇ ਕੋਈ ਤੇਰੇ ਸਾਹਮਣੇ ਵਾਪਰ ਰਿਹਾ ਉਸ ਵੱਲ ਵੇਖ, ਤੇਰੀ ਦਾੜੀ ਚਿੱਟੀ ਹੋ ਗਈ ਹੈ, ਬੀਆ ਦਾੜੀ ਚਿੱਟੀ ਹੋ ਗਈ ਹੈ, ਤੈਨੂੰ ਬੁਢਾਪਾ ਆ ਗਿਆ ਹੈ, ਜੀਵਨ ਦਾ ਸਾਰਾ ਪੜਾਅ, ਜ਼ਿੰਦਗੀ ਦਾ ਅੰਤਿਮ ਪੜਾਅ ਹੈ, ਪਲ ਪਲ ਦਾ ਭਰੋਸਾ ਨਹੀਂ ਹੈ ਕਿ ਕਦੋਂ ਅਸੀਂ ਮਰ ਜਾਣਾ ਹੈ। ਇਸ ਲਈ ਹਰ ਇੱਕ ਪਲ ਨੂੰ ਅੰਤਿਮ ਘੜੀ ਗਿਣ ਕੇ ਮੰਨ। ਮੌਤ ਨਿਸ਼ਚਿਤ ਹੈ, ਇਸ ਲਈ ਮੌਤ ਦਾ ਸਮੇਂ ਨੇੜੇ ਆ ਰਿਹਾ ਹੈ, ਸਮਾਂ ਬੀਤ ਰਿਹਾ ਹੈ ਅਤੇ ਮੁੜ ਕੇ ਨਹੀਂ ਆਉਣਾ। ਇਸ ਕਰਕੇ ਤੈਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ ਅਤੇ ਹਮੇਸ਼ਾ ਉਸ ਅੱਲਾ ਨੂੰ, ਉਸ ਈਸ਼ਵਰ ਨੂੰ ਯਾਦ ਕਰਕੇ ਉਸ ਦੀ ਭਜਨ ਬੰਦਗੀ ਕਰਦਾ ਰਹਿ। ਫਰੀਦਾ ਜੰਗਲ ਜੰਗਲ ਕਿਆ ਭਵੇ, ਵਨ ਕੰਡਾ ਮੋੜੇ, ਵਸੀ ਰੱਬ ਹਿਆਲਿਆ, ਜੰਗਲ ਕਾਇ ਢੂੰਡੇ। ਫਿਰ ਫਰੀਦਾ ਜੀ ਮਨੁੱਖ ਨੂੰ ਸਮਝਾਉਂਦੇ ਕਹਿੰਦੇ ਹੈ ਕਿ ਇਹ ਅਗਿਆਨੀ ਜੀਵ, ਤੂੰ ਜੰਗਲ ਕਿਉਂ ਘੁੰਮ ਰਿਹਾ ਹੈ? ਤੂੰ ਜੰਗਲਾਂ ਵਿੱਚ ਰੱਬ ਨੂੰ ਕਿੱਥੋਂ ਲੱਭ ਰਿਹਾ ਹੈ? ਰੱਬ ਜੰਗਲਾਂ ਵਿੱਚ ਨਹੀਂ ਹੈ, ਤੂੰ ਵਿਅਰਥ ਹੀ ਭਟਕ ਰਿਹਾ ਹੈ। ਕਿਉਂ ਜੰਗਲਾਂ ਦੇ ਕੰਢੇ ਆਪਣੇ ਆਪ ਨੂੰ ਦੁਖੀ ਕਰ ਰਿਹਾ ਹੈ?
ਆਪਣੇ ਮਨ ਅਤੇ ਸਰੀਰ ਨੂੰ ਕਸ਼ਟ ਦੇ ਰਿਹਾ ਹੈ। ਰੱਬ ਤਾਂ ਸਾਡੇ ਅੰਦਰ ਵਸਦਾ ਹੈ, ਯਾਨੀ ਕਿ ਸਾਡੇ ਹਿਰਦੇ ਵਿੱਚ ਵਸਦਾ ਹੈ, ਸਾਡੇ ਦਿਲ ਵਿੱਚ ਵਸਦਾ ਹੈ। ਪਰਮਾਤਮਾ ਕਣ ਕਣ ਵਿੱਚ ਹੈ। ਉਸਨੂੰ ਜੰਗਲਾਂ ਵਿੱਚ ਲੱਭਣ ਦੀ ਬਜਾਏ ਆਪਣੇ ਅੰਦਰ ਮਹਿਸੂਸ ਕਰ। ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪਿਓ, ਫਰੀਦਾ ਦੇਖ ਪਰਾਈ ਚੌਕ ਬੜੀ ਨਾ ਤਰਸਾਏ ਜਿਉ। ਫਿਰ ਫਰੀਦ ਜੀ ਲੋਕਾਂ ਨੂੰ ਸਮਝਾਉਂਦੇ ਕਹਿੰਦੇ ਹਨ ਕਿ ਹੇ ਮਨੁੱਖ, ਤੈਨੂੰ ਸਾਦਾ ਭੋਜਨ ਨਸੀਬ ਹੋਇਆ ਤਾਂ ਵੀ ਤੈਨੂੰ ਪਰਮਾਤਮਾ ਦਾ ਸ਼ੁਕਰ ਕਰਨਾ ਹੈ। ਤੈਨੂੰ ਸਬਰ ਸੰਤੋਸ਼ ਹੋਣਾ ਚਾਹੀਦਾ ਹੈ। ਤੈਨੂੰ ਰੁੱਖੀ ਸੁੱਖੀ ਅਤੇ ਠੰਡਾ ਪਾਣੀ ਪੀ ਕੇ ਆਨੰਦ ਪ੍ਰਾਪਤ ਕਰਨਾ ਚਾਹੀਦਾ ਹੈ। ਦੂਜਿਆਂ ਦੀਆਂ ਰੋਟੀਆਂ ਚੋਪੜੀਆਂ ਦੇਖ ਕੇ ਆਪਣੇ ਮਨ ਨੂੰ ਦੁਖੀ ਨਾ ਕਰ। ਆਪਣੇ ਅੰਦਰ ਸਬਰ, ਸੰਤੋਖ, ਸਹਿਣਸ਼ੀਲਤਾ ਆਦਿ ਦੀ ਭਾਵਨਾ ਰੱਖ, ਨਾ ਕਿ ਈਰਖਾ ਦੀ, ਯਾਨੀ ਕਿ ਕਿਸੇ ਨੂੰ ਵੇਖ ਕੇ ਸੜਨਾ ਕਿ ਕਿਸ ਕੋਲ ਜ਼ਿਆਦਾ ਹੈ, ਕਿਸੇ ਕੋਲ ਥੋੜ੍ਹਾ ਹੈ। ਜਿਤਨਾ ਤੇਰੇ ਕੋਲ ਹੈ ਉਸ ਵਿੱਚ ਸੰਤੁਸ਼ਟ ਰਹਿ। ਫਰੀਦਾ ਚਾਰ ਗਵਾਈਆਂ ਹੰਢ ਕੇ ਚਾਰ ਗਵਾਇਆ ਸਾਮ, ਲੇਖਾ ਰੱਬ ਮੰਗੇਸੀਆ ਆਪ ਕਰੇ ਤੇਰੇ ਕੰਮ। ਫਿਰ ਫਰੀਦ ਜੀ ਮਨੁੱਖ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਤੂੰ ਮੋਹ ਮਾਇਆ, ਲੋਭ ਮੋਹ ਲਾਲਚ ਦੇ ਵਿੱਚ ਆ ਕੇ ਗ੍ਰਸਤ ਹੋ ਗਿਆ ਹੈ। ਤੂੰ ਦਿਨ ਦੇ 4 ਪਹਿਰ ਹੈ ਦੁਨਿਆਵੀ ਪਦਾਰਥਾਂ ਦੀ ਤੋੜ ਭੜ ਵਿੱਚ ਗੁਜ਼ਾਰ, ਜਾਣੀ ਕਿ ਦਿਨ ਵਿੱਚ ਸਾਰੀ ਮਿਹਨਤ ਕਰ ਇੱਧਰ ਉੱਧਰ ਜਾ ਕੇ ਜਾਂ ਭੱਜ ਦੌੜ ਕਰਕੇ ਗੁਜ਼ਾਰਤੀ। ਫਿਰ ਰਾਤ ਨੂੰ ਤੂੰ ਸੋ ਕੇ ਸਾਰੀ ਰਾਤ ਗਵਾ ਲਈ। ਪਤਾ ਨਹੀਂ ਤੂੰ ਉਸ ਪਰਮਾਤਮਾ ਦੇ ਦਰ ਕਦੋਂ ਜਾਏਗਾ, ਉਸ ਪਰਮਾਤਮਾ ਨੂੰ ਕਦੋਂ ਧਿਆਏਗਾ। ਅਤੇ ਜਦੋਂ ਪਰਮਾਤਮਾ ਤੇਰੇ ਤੋਂ ਹਿਸਾਬ ਮੰਗਣਗੇ ਤਾਂ ਇਹ ਵੀ ਜਾਣ ਕਿ ਤੈਨੂੰ ਉਸਨੇ ਕਿਹੜੇ ਕੰਮ ਲਈ ਭੇਜਿਆ ਸੀ, ਅਤੇ ਤੂੰ ਧਰਤੀ 'ਤੇ ਆ ਕੇ ਕਿਹੜਾ ਕੰਮ ਕੀਤਾ। ਪਰਮਾਤਮਾ ਨੇ ਜੀਵ ਨੂੰ ਦੁਨੀਆ ਵਿੱਚ ਚੰਗੇ ਕੰਮ ਕਰਨ ਲਈ, ਨੇਕੀ ਦਾ ਪਸਾਰਾ ਕਰਨ ਲਈ ਭੇਜਿਆ ਹੈ, ਅਤੇ ਤੂੰ ਇਸ ਵਿੱਚ ਇੱਥੇ ਆ ਕੇ ਝੂਠੀ ਪ੍ਰੀਤ ਮੋਹ ਮਾਇਆ ਵਿੱਚ ਉਲਝ ਕੇ ਪਰਮਾਤਮਾ ਨੂੰ ਮਨੋਂ ਵਿਸਾਰ ਬੈਠਾ ਹੈ। ਬੁੱਢਾ ਹੋਇਆ ਸ਼ੇਖ ਫਰੀਦ ਕੰਬਣ ਲੱਗੀ ਦੇ, 600 ਵਰ੍ਹਿਆਂ ਜੀਵਨਾ ਵੀ ਤਨ ਹੋਸੀ ਖੇ। ਫਿਰ ਫਰੀਦ ਜੀ ਕਹਿੰਦੇ ਹਨ, ਹੇ ਮਨੁੱਖ, ਤੂੰ ਜਦੋਂ ਬਜ਼ੁਰਗ ਹੋ ਜਾਂਦਾ ਹੈ ਤਾਂ ਤੇਰਾ ਸਰੀਰ ਕੰਬਣ ਲੱਗ ਪੈਂਦਾ ਹੈ। ਕੰਬਣ ਲੱਗੀ ਦੇ ਸਰੀਰ ਕੰਬਣ ਲੱਗ ਪੈਂਦਾ ਹੈ। ਫਿਰ ਜਿਵੇਂ ਜਿਵੇਂ ਤੂੰ ਉਮਰ ਹੋਰ ਵਡੇਰੀ ਹੁੰਦੀ ਜਾਂਦੀ ਹੈ, ਤਿਵੇਂ ਤਿਵੇਂ ਤੇਰਾ ਸਰੀਰ ਢਲਿਆ ਜਾਂਦਾ ਹੈ। ਜਿਵੇਂ 100 ਵਰ੍ਹਿਆਂ ਜੀਵਨਾ ਵੀ ਤਨ ਹੋਸੀ ਖੇ। ਅਖੀਰ ਤੇਰਾ ਸਰੀਰ ਹੈ ਜੋ ਖਤਮ ਹੁੰਦਾ ਜਾਂਦਾ, ਢਲਦਾ ਜਾਂਦਾ ਅਤੇ ਮਿੱਟੀ ਦੀ ਢੇਰੀ ਹੋ ਜਾਣਾ ਹੈ। ਭਾਵੇਂ ਕੋਈ 100 ਸਾਲ ਜੀਵੇ ਅਤੇ ਭਾਵੇਂ ਇਸ ਤੋਂ ਵੱਧ, ਆਖਿਰ ਹੋਣਾ ਤਾਂ ਮਿੱਟੀ ਹੀ ਹੈ। ਕਿਸੇ ਨੇ ਵੀ ਇਸ ਧਰਤੀ 'ਤੇ ਟਿਕੇ ਨਹੀਂ ਰਹਿਣਾ। ਮੌਤ ਅਟਲ ਹੈ, ਸਰੀਰ ਨਾਸ਼ਵਾਨ ਹੈ, ਮੌਤ ਸੱਚ ਹੈ। ਇਸ ਨੂੰ ਹਮੇਸ਼ਾ ਯਾਦ ਰੱਖ ਕੇ ਪਰਮਾਤਮਾ ਦਾ ਸਿਮਰਨ ਕਰੋ। ਸੋ ਸਟੂਡੈਂਟਸ, ਰਿਵਾਈਜ਼ ਦਿਸ ਐਕਸਪਲੇਨੇਸ਼ਨ and write tipni ਜਾਂ ਕੇਂਦਰੀ ਭਾਵ in your copy. Thank you.